ਸਭ ਨੂੰ ਹੈਲੋ। ਇੰਜੀਨੀਅਰਿੰਗ ਡਰਾਇੰਗ ਅਤੇ ਕੰਪਿਊਟਰ ਗ੍ਰਾਫਿਕਸ ਤੇ ਸਾਡੇ NPTEL ਆਨਲਾਈਨ ਪ੍ਰਮਾਣੀਕਰਨ ਕੋਰਸਾਂ ਵਿੱਚ ਤੁਹਾਡਾ ਸਵਾਗਤ ਹੈ। ਅਸੀਂ ਆਰਥੋਗ੍ਰਾਫਿਕ ਅਨੁਮਾਨਾਂ ਤੇ ਮੋਡਿਊਲ ਨੰਬਰ 3 ਅਤੇ ਲੈਕਚਰ ਨੰਬਰ 29 ਵਿੱਚ ਹਾਂ। ਪਿਛਲੀਆਂ ਕਲਾਸਾਂ ਵਿੱਚ, ਅਸੀਂ 3-ਅਯਾਮੀ ਵਸਤੂਆਂ ਅਤੇ ਉਹਨਾਂ ਦੇ ਅਨੁਮਾਨਾਂ ਨੂੰ ਦੇਖਣ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਅਸੀਂ ਉਹਨਾਂ ਅਨੁਮਾਨਾਂ ਨੂੰ ਜਾਰੀ ਰੱਖਣ ਜਾ ਰਹੇ ਹਾਂ ਕਿ ਚੀਜ਼ਾਂ ਨੂੰ ਕਿਵੇਂ ਖਿੱਚਣਾ ਹੈ। ਆਓ ਇਸ 3-ਅਯਾਮੀ ਵਸਤੂ ਨੂੰ ਵੇਖੀਏ। ਅਤੇ ਸਾਨੂੰ ਅਨੁਮਾਨਾਂ ਦਾ ਅੰਦਾਜ਼ਾ ਲਗਾਉਣਾ ਪਵੇਗਾ। ਵਸਤੂ ਇਹ ਹੈ। ਸਾਡੇ ਕੋਲ ਇਸ ਤਰੀਕੇ ਨਾਲ ਕੁਝ ਅਜਿਹਾ ਹੈ। ਜੋ ਇਸ ਤਰੀਕੇ ਨਾਲ ਕੱਟਦਾ ਹੈ। ਤੁਸੀਂ ਇਸ ਬਾਰੇ ਸੋਚ ਸਕਦੇ ਹੋ। ਦੋ ਹਿੱਸੇ। ਇੱਕ ਬਹੁਤ ਹੀ ਚੰਗੇ ਤਰੀਕੇ ਨਾਲ, ਇੱਕ ਤਿਕੋਣੀ ਟੁਕੜਾ, ਇਹ ਤਿਕੋਣਾ ਟੁਕੜਾ, ਇੱਕ ਹੋਰ ਆਇਤਾਕਾਰ ਟੁਕੜੇ ਨਾਲ ਜੁੜਿਆ ਹੋਇਆ ਹੈ ਜਿਸ ਵਿੱਚ ਇੱਕ ਪਲੇਟਫਾਰਮ ਅਤੇ ਅੱਗੇ ਦੀ ਵਸਤੂ ਵਰਗੀ ਕੋਈ ਚੀਜ਼ ਹੈ। ਇਹ ਸਾਹਮਣੇ ਦਾ ਦ੍ਰਿਸ਼ ਹੈ। ਅਤੇ ਇਹ ਸਾਈਡ ਦਾ ਦ੍ਰਿਸ਼ ਦਿੱਤਾ ਗਿਆ ਹੈ, ਇਸ ਲਈ ਸਿਖਰ ਦਾ ਦ੍ਰਿਸ਼ ਇਹ ਹੋਵੇਗਾ। ਤਾਂ ਆਓ ਅਸੀਂ ਅੰਦਾਜ਼ਾ ਕਰੀਏ। ਕਿਵੇਂ ਇਹ ਸਾਹਮਣੇ ਦਾ ਦ੍ਰਿਸ਼ ਸਾਈਡ ਦਾ ਦ੍ਰਿਸ਼ ਸਿਖਰ ਦਾ ਦ੍ਰਿਸ਼ ਦਿਸਦਾ ਹੈ। ਆਓ ਅਸੀਂ ਸਾਹਮਣੇ ਦੇ ਦ੍ਰਿਸ਼ ਨੂੰ ਵੇਖੀਏ। ਜਦੋਂ ਅਸੀਂ ਦੇਖ ਰਹੇ ਹਾਂ, ਇਸ ਦਿਸ਼ਾ ਤੋਂ, ਉਹ ਚੀਜ਼ਾਂ ਜੋ ਅਸੀਂ ਦੇਖਾਂਗੇ। ਇਸ ਲਈ ਮੈਂ ਉਹਨਾਂ ਚੀਜ਼ਾਂ ਨੂੰ ਉਜਾਗਰ ਕਰਾਂਗਾ ਜੋ ਅਸੀਂ ਦੇਖਾਂਗੇ। ਇਹ ਲਾਈਨ ਅਸੀਂ ਦੇਖਾਂਗੇ। ਆਓ ਇੱਕ ਹੋਰ ਰੰਗ ਦੀ ਵਰਤੋਂ ਕਰੀਏ। ਇਹ ਲਾਈਨ ਅਸੀਂ ਦੇਖਾਂਗੇ। ਦੁਬਾਰਾ ਇਸ ਲਾਈਨ ਨੂੰ ਅਸੀਂ ਕੁਦਰਤੀ ਤੌਰ ਤੇ ਇਸ ਝੁਕਾਅ ਵਾਲੀ ਚੀਜ਼ ਤੇ ਦੇਖਾਂਗੇ। ਅਸੀਂ ਇਸ ਬੇਸਲਾਈਨ ਨੂੰ ਵੀ ਦੇਖਾਂਗੇ। ਅਤੇ ਇਹ ਇੱਕ ਅਸੀਂ ਇਸ ਲਾਈਨ ਇਸ ਪੂਰੀ ਚੀਜ਼ ਨੂੰ ਦੇਖਣ ਲਈ ਇੱਕ ਹਿੱਸੇ ਵਿੱਚ ਹੋਵਾਂਗੇ। ਇਹ ਅਸਲ ਵਿੱਚ ਇਹ ਪਲੇਟਫਾਰਮ ਇੱਕ ਸੀਟ ਵਾਂਗ ਹੈ। ਅਤੇ ਇੱਥੇ ਇਹ ਲਾਈਨ। ਹੁਣ ਇਹ ਦੋ ਝੁਕੀਆਂ ਲਾਈਨਾਂ ਅਸੀਂ ਇਸ ਨੂੰ ਇਸ ਸਮਤਲ ਤੇ ਦੇਖ ਰਹੇ ਹਾਂ। ਇਸ ਲਈ ਇਹ ਬਿੰਦੂ ਉੱਥੇ ਪ੍ਰੋਜੈਕਟ ਕੀਤਾ ਗਿਆ ਹੈ, ਇਹ ਬਿੰਦੂ ਉੱਥੇ ਵੀ ਪ੍ਰੋਜੈਕਟ ਕੀਤਾ ਗਿਆ ਹੈ। ਅਤੇ ਇਹ ਪੂਰੀ ਲਾਈਨ ਪੁਆਇੰਟ ਉੱਥੇ ਤੋਂ ਪ੍ਰੋਜੈਕਟ ਕੀਤੇ ਜਾਣਗੇ। ਇਸ ਦਾ ਮਤਲਬ ਹੈ ਕਿ ਅਸੀਂ ਇਸ ਨੂੰ ਇੱਕ ਲੰਬਕਾਰੀ ਰੇਖਾਵਾਂ ਵਾਂਗ ਵੇਖਾਂਗੇ। ਇਸ ਲਈ ਉਹ ਲੰਬਕਾਰੀ ਲਾਈਨਾਂ ਇਹ ਹਨ। ਇਸ ਤਰੀਕੇ ਨਾਲ, ਅਸੀਂ ਉਸ ਵਸਤੂ ਦੇ ਸਾਹਮਣੇ ਦੇ ਦ੍ਰਿਸ਼ ਨੂੰ ਦੇਖਦੇ ਹਾਂ। ਹੁਣ ਅਸੀਂ ਪਾਸੇ ਦੇ ਦ੍ਰਿਸ਼ ਨੂੰ ਵੇਖਦੇ ਹਾਂ। ਸਾਈਡ ਦੇ ਦ੍ਰਿਸ਼ ਲਈ, ਜੇਕਰ ਅਸੀਂ ਇਸ ਦਿਸ਼ਾ ਤੋਂ ਦੇਖ ਰਹੇ ਹਾਂ, ਤਾਂ ਅਸੀਂ ਇਸ ਹੇਠਲੇ ਤਿਕੋਣ ਵਾਲੇ ਹਿੱਸੇ ਨੂੰ ਦੇਖਦੇ ਹਾਂ। ਇਹ ਪੂਰੀ ਚੀਜ਼ ਉਸ ਖੇਤਰ ਦੇ ਹੇਠਾਂ ਨਕਸ਼ੇ ਤੇ ਹੈ। ਇਸ ਲਈ ਤਿਕੋਣਾ ਹਿੱਸਾ ਉਹ ਹੋਵੇਗਾ। ਅਸੀਂ ਇਸ ਖਿਤਿਜੀ ਰੇਖਾ ਨੂੰ ਵੇਖਣ ਲਈ ਇੱਕ ਹਿੱਸੇ ਵਿੱਚ ਹੋਵਾਂਗੇ। ਇਸ ਲੰਬਕਾਰੀ ਵਿੱਚ ਵੀ ਅਸੀਂ ਇੱਕ ਸਥਿਤੀ ਨੂੰ ਵੇਖਾਂਗੇ। ਅਤੇ ਇਹ ਤਰੀਕਾ ਨਿਰੀਖਣ ਕਰੇਗਾ। ਅਤੇ ਇਹ ਪੂਰੀ ਲਾਈਨ ਇਸ ਦੇ ਨਾਲ ਮੇਲ ਖਾਂਦੀ ਹੈ। ਅਸੀਂ ਇਸ ਪਿਛਲੇ ਪਾਸੇ ਵਾਲੇ ਹਿੱਸੇ ਅਤੇ ਇਸ ਲਾਈਨ ਨੂੰ ਦੇਖਣ ਦੀ ਸਥਿਤੀ ਵਿੱਚ ਨਹੀਂ ਹੋਵਾਂਗੇ। ਇਸ ਦਾ ਮਤਲਬ ਹੈ, ਇਹਨਾਂ ਦੇ ਪਿਛਲੇ ਪਾਸੇ ਵਸਤੂ ਹੈ, ਇਸ ਲਈ ਅਸੀਂ ਇਸ ਨੂੰ ਡੈਸ਼ ਲਾਈਨਾਂ ਦੁਆਰਾ ਦਿਖਾਉਂਦੇ ਹਾਂ। ਇਸ ਵਸਤੂ ਦਾ ਸਿਖਰ ਦ੍ਰਿਸ਼ ਕੀ ਹੋਵੇਗਾ? ਇਸ ਲਈ ਆਓ ਅਸੀਂ ਇਹ ਅੰਦਾਜ਼ਾ ਲਗਾਉਂਦੇ ਹਾਂ ਕਿ
ਸਿਖਰ ਦਾ ਦ੍ਰਿਸ਼ ਹੇਠਲੇ ਪੱਧਰ ਤੇ ਆਉਂਦਾ ਹੈ, ਜੋ ਇਹਨਾਂ ਲਾਈਨਾਂ ਦਾ ਪ੍ਰੋਜੈਕਸ਼ਨ ਹੋਵੇਗਾ। ਹੁਣ ਅਸੀਂ ਜੋ ਦੇਖਣ ਜਾ ਰਹੇ ਹਾਂ, ਉਹ ਹੈ ਇਸ ਹਿੱਸੇ ਵਰਗਾ ਕੁਝ ਹੈ ਜੋ ਅਸੀਂ ਦੇਖਾਂਗੇ। ਅਤੇ ਇਹ ਹਿੱਸਾ ਅਸੀਂ ਦੇਖਣ ਦੀ ਸਥਿਤੀ ਵਿੱਚ ਹੋਵਾਂਗੇ। ਇਸ ਦਾ ਮਤਲਬ ਇਹ ਹੈ, ਕੁਝ ਅਜਿਹਾ ਹੁੰਦਾ ਹੈ ਜਿਵੇਂ ਝੁਕੀ ਹੋਈ ਲਾਈਨ ਵੀ ਜਾਂਦੀ ਹੈ। ਇੱਥੇ ਕੁਝ ਅਜਿਹਾ ਹੈ ਕਿ ਇਹ ਹਿੱਸਾ ਵੀ ਦੇਖਣ ਲਈ ਇੱਕ ਹਿੱਸੇ ਵਿੱਚ ਹੋਵੇਗਾ। ਮਤਲਬ ਕਿ ਇਹ ਹਿੱਸਾ ਕੁਦਰਤੀ ਤੌਰ ਤੇ ਇਸ ਤਰੀਕੇ ਨਾਲ ਪੜਾਅ ਤੇ ਆਉਂਦਾ ਹੈ। ਇਹ ਪੂਰਾ ਝੁਕਾਅ ਵਾਲਾ ਹਿੱਸਾ, ਅਸੀਂ ਇਸ ਨੂੰ ਇੱਕ ਅਨੁਮਾਨਿਤ ਆਇਤ ਵਰਗਾ ਕੁਝ ਵੇਖਣ ਜਾ ਰਹੇ ਹਾਂ। ਇਸ ਪੱਧਰ ਤੱਕ ਸਾਰੇ ਤਰੀਕੇ ਨਾਲ, ਇੱਥੇ ਅਸੀਂ ਕੋਈ ਹਿੱਸਾ ਨਹੀਂ ਦੇਖਦੇ, ਇਸ ਲਈ ਜੇਕਰ ਮੈਂ ਇਸ ਨੂੰ ਇਸ ਹਿੱਸੇ ਤੱਕ ਖਿੱਚ ਰਿਹਾ ਹਾਂ ਤਾਂ ਅਸੀਂ ਇਸ ਤਰ੍ਹਾਂ ਦੀ ਕੋਈ ਚੀਜ਼ ਵੇਖਾਂਗੇ। ਅਤੇ ਇਸ ਹਿੱਸੇ ਨੂੰ ਅਸੀਂ ਇਸ ਤਰ੍ਹਾਂ ਦੇ ਪ੍ਰੋਜੇਕਸ਼ਨ ਵਾਂਗ ਦੇਖਣ ਦੀ ਸਥਿਤੀ ਵਿੱਚ ਹੋਵਾਂਗੇ। ਫਿਰ ਇਹ ਉਸ ਆਧਾਰ ਤੱਕ ਨਿਸ਼ਚਿਤ ਪੱਧਰ ਤੱਕ ਜਾਂਦਾ ਹੈ। ਇਹ ਇੱਕ ਮੇਲ ਪ੍ਰਾਪਤ ਕਰਨ ਲਈ ਮੰਨਿਆ ਅਤੇ ਇਹ ਹਿੱਸਾ ਉਸ ਪੱਧਰ ਤੱਕ ਮੇਲ ਖਾਂਦਾ ਹੈ ਤਾਂ ਜੋ ਵੀ ਇਹ ਸਿਖਰ ਦੇ ਦ੍ਰਿਸ਼ ਤੋਂ ਲੇਟਵਾਂ ਹੋਵੇ, ਜੇਕਰ ਅਸੀਂ ਇਸ ਨੂੰ ਦੇਖ ਰਹੇ ਹਾਂ। ਇਹ ਸਾਰੀ ਗੱਲ ਉੱਥੇ ਪੇਸ਼ ਕੀਤੀ ਗਈ। ਇਸ ਲਈ ਇੱਥੇ ਇਹ ਹਿੱਸਾ ਅਸੀਂ ਇਸ ਨੂੰ ਉਸ ਤਰੀਕੇ ਨਾਲ ਦੇਖਾਂਗੇ। ਅਤੇ ਇਹ ਵਾਧੂ ਹਿੱਸਾ ਅਸੀਂ ਉੱਥੇ ਸਾਰੇ ਤਰੀਕੇ ਨਾਲ ਦੇਖਣ ਜਾ ਰਹੇ ਹਾਂ। ਇਹ ਇਸ ਤਰ੍ਹਾਂ ਹੈ ਕਿ ਇਸ ਪਲੇਟਫਾਰਮ ਕਿਸਮ ਦੀ ਚੀਜ਼ ਨੂੰ ਅਸੀਂ ਇੱਥੇ ਦੇਖਾਂਗੇ, ਕਿਉਂਕਿ ਇਹ ਇੱਕ ਟੇਪਰਡ ਦਿਸ਼ਾ ਵਿੱਚ ਜਾ ਰਿਹਾ ਹੈ। ਅਸੀਂ ਸਿਰਫ ਇਹ ਦੇਖਣ ਦੀ ਸਥਿਤੀ ਵਿੱਚ ਨਹੀਂ ਹੋ ਸਕਦੇ ਹਾਂ। ਇਸ ਲਈ ਇੱਕ ਲਾਈਨ ਹੋਣੀ ਚਾਹੀਦੀ ਹੈ ਜੋ ਇਸ ਹਿੱਸੇ ਨਾਲ ਜੁੜਦਾ ਹੈ, ਉਸ ਹਿੱਸੇ ਨੂੰ, ਇਹ ਹਿੱਸਾ ਉਸ ਹਿੱਸੇ ਨਾਲ ਜੁੜਦਾ ਹੈ। ਇਸ ਤਰ੍ਹਾਂ ਅਸੀਂ ਵਸਤੂ ਦੇ ਉੱਪਰਲੇ ਦ੍ਰਿਸ਼ ਨੂੰ ਦੇਖਦੇ ਹਾਂ। ਇਸ ਲਈ ਜੇਕਰ ਅਸੀਂ ਇਸ ਨੂੰ ਮਿਟਾ ਰਹੇ ਹਾਂ, ਸਿਖਰ ਦਾ ਦ੍ਰਿਸ਼ ਇਸ ਤਰ੍ਹਾਂ ਦਿਸਦਾ ਹੈ। ਆਓ ਅਸੀਂ ਅਨੁਮਾਨਾਂ ਦਾ ਅਨੁਮਾਨ ਲਗਾਉਂਦੇ ਹਾਂ। ਇਸ ਵਸਤੂ ਲਈ ਇਸ ਤਰ੍ਹਾਂ ਇੱਕ ਐਲ ਕੋਣ ਕਿਸਮ ਦੀ ਬ੍ਰੈਕਟ ਹੈ, ਜੋ ਆਮ ਤੌਰ ਤੇ ਦਰਵਾਜ਼ੇ, ਖਿੜਕੀਆਂ, ਹੋਰ ਚੀਜ਼ਾਂ ਲਈ ਅਸੀਂ ਇਸ ਨੂੰ ਵਰਤਦੇ ਹਾਂ। ਇੱਕ ਪਾਸੇ ਨੂੰ ਦੂਜੇ ਪਾਸੇ ਨਾਲ ਫਿਕਸ ਕਰਨਾ, ਕੋਨੇ ਦੇ ਕਿਨਾਰਿਆਂ ਵਰਗਾ ਕੁਝ, ਅਸੀਂ ਇਸ ਨੂੰ ਠੀਕ ਕਰਨਾ ਚਾਹਾਂਗੇ। ਇਹ ਕਿਵੇਂ ਕਰਨਾ ਹੈ? ਇਸ ਉਦੇਸ਼ ਲਈ ਅਸੀਂ ਇਸ ਕਿਸਮ ਦੇ ਮਕੈਨੀਕਲ ਤੱਤ ਦੀ ਵਰਤੋਂ ਕਰਦੇ ਹਾਂ ਤਾਂ ਜੋ ਇਹ ਥੋੜਾ ਮਜ਼ਬੂਤ ਬਣ ਜਾਵੇ। ਆਮ ਤੌਰ ਤੇ ਸਾਡੇ ਕੋਲ ਇੱਥੇ ਕਟੋਰੇ ਹੋਣਗੇ। ਇਸ ਨੂੰ ਪੇਚ ਕਰੋ, ਇਸ ਲਈ ਇਹ ਉਸ ਦੇ ਉੱਪਰ ਜਾਂ ਹੇਠਲੇ ਪਾਸੇ ਵਸਤੂ ਨੂੰ ਕੱਸ ਰਿਹਾ ਹੋਵੇਗਾ। ਉਦਾਹਰਨ ਲਈ ਮੈਂ ਜੁੜਨਾ ਚਾਹਾਂਗਾ। ਇਹ ਲੱਕੜ ਦਾ ਬਲਾਕ ਹੈ ਜਿਸ ਨੂੰ ਮੈਂ ਹੇਠਾਂ ਵਾਲੇ ਪਾਸੇ ਨਾਲ ਜੋੜਨਾ ਚਾਹਾਂਗਾ। ਇੱਕ ਹੋਰ ਲੱਕੜ ਦਾ ਬਲਾਕ। ਇਹ ਤਰੀਕਾ ਹੈ, ਮੈਂ ਇਸ ਨੂੰ ਜੋੜਨਾ ਚਾਹਾਂਗਾ। ਜੇਕਰ ਮੈਂ ਇੱਥੇ ਛਿੱਕਾਂ ਦੀ ਵਰਤੋਂ ਕਰਦਾ ਹਾਂ, ਇਸ ਨੂੰ ਡਰਿਲ ਕਰਦਾ ਹਾਂ, ਪੇਚ ਬਣਾਉਂਦਾ ਹਾਂ। ਇਸੇ ਤਰ੍ਹਾਂ ਉੱਥੇ ਇੱਕ ਹੋਰ ਪੇਚ ਜੋੜਦਾ ਹਾਂ ਅਤੇ ਇਸ ਨੂੰ ਜੋੜਦਾ ਹਾਂ। ਹੋਰ ਉਦੇਸ਼ ਅਸੀਂ ਇਸ ਕਿਸਮ ਦੀ ਬ੍ਰੈਕਟ ਦੀ ਵਰਤੋਂ ਕਰਦੇ ਹਾਂ। ਇਸ ਲਈ ਆਓ ਇਸ ਨੂੰ ਸਾਹਮਣੇ ਵਾਲੇ ਦ੍ਰਿਸ਼ ਤੋਂ ਵੇਖੀਏ। ਜੇਕਰ ਇਹ ਸਾਹਮਣੇ ਦ੍ਰਿਸ਼ਟੀਕੋਣ ਦੀ ਦਿਸ਼ਾ ਹੈ ਜੋ ਅਸੀਂ ਦੇਖਾਂਗੇ, ਯਕੀਨਨ ਅਸੀਂ ਇਹ ਲਾਈਨਾਂ ਦੇਖਾਂਗੇ। ਅਤੇ ਇਸੇ ਤਰ੍ਹਾਂ ਅਸੀਂ ਇਹ ਲਾਈਨਾਂ ਦੇਖਾਂਗੇ। ਅਤੇ ਇਹ ਲਾਈਨ ਉੱਥੇ ਪੂਰੀ ਤਰ੍ਹਾਂ ਜਾਂਦੀ ਹੈ ਅਤੇ ਲਾਈਨਾਂ ਦਾ ਇੱਕ ਪ੍ਰੋਜੈਕਸ਼ਨ ਹੁੰਦਾ ਹੈ। ਅਸੀਂ ਇਹ ਦੇਖਾਂਗੇ ਇਸ ਹਿੱਸੇ ਤੱਕ। ਇਸ ਲਈ ਜੇਕਰ ਅਸੀਂ ਇਸ ਨੂੰ ਸਾਹਮਣੇ ਵਾਲੇ ਦ੍ਰਿਸ਼ ਦੇ ਰੂਪ ਵਿੱਚ ਖਿੱਚ ਰਹੇ ਹਾਂ ਤਾਂ ਅਸੀਂ ਇੱਥੇ ਕੀ ਦੇਖਾਂਗੇ ਕਿ ਇੱਥੇ ਇਹ ਪੂਰੀ ਲੰਬਾਈ 80 ਹੈ, ਇਸ ਲਈ ਇਹ 80 ਲੰਬਾਈ ਹੋਵੇਗੀ। ਅਤੇ ਇਹ 60 ਯੂਨਿਟ ਹੈ। ਇਸ ਲਈ ਇੱਥੇ ਅਸੀਂ 60 ਯੂਨਿਟ ਦੇਖਾਂਗੇ। ਇੱਥੇ ਇੱਕ ਮੋਰੀ ਹੈ ਜੋ ਅਸੀਂ ਸਾਹਮਣੇ ਵਾਲੇ ਦ੍ਰਿਸ਼ ਵਿੱਚ ਦੇਖਾਂਗੇ। ਇੱਥੇ ਇੱਕ ਮੋਰੀ ਹੈ ਜੋ 20 ਯੂਨਿਟ ਹੇਠਾਂ ਹੈ, ਇਸ ਲਈ ਕੇਂਦਰ ਜੋ ਕਿ 20 ਯੂਨਿਟ ਹੋਵੇਗਾ।
ਇਹ ਛੇਕ ਅਸੀਂ ਨਹੀਂ ਦੇਖਦੇ, ਪਰ ਇੱਥੇ ਇਹ ਆਇਤਾਕਾਰ ਪੈਚ ਅਸੀਂ ਦੇਖਾਂਗੇ ਕਿ ਹੇਠਾਂ ਕਿਹੜਾ ਹੈ। ਇਸ ਲਈ ਇਹ ਉਹ ਆਇਤਾਕਾਰ ਹਿੱਸਾ ਹੋਵੇਗਾ ਜੋ ਅਸੀਂ ਸਾਹਮਣੇ ਵਾਲੇ ਦ੍ਰਿਸ਼ ਲਈ ਛੇਕ ਦੇਖਦੇ ਹਾਂ। ਇਸ ਲਈ ਜਿੱਥੇ ਕਿਤੇ ਵੀ ਛੇਕ ਸਥਿਤ ਹਨ, ਅਸੀਂ ਸਿਰਫ ਡੈਸ਼ ਲਾਈਨਾਂ ਦੁਆਰਾ ਦਿਖਾਉਂਦੇ ਹਾਂ। ਆਓ ਅਸੀਂ ਸਿਖਰ ਦੇ ਦ੍ਰਿਸ਼ ਤੋਂ ਵੇਖੀਏ। ਜੇਕਰ ਤੁਸੀਂ ਉੱਪਰਲੇ ਦ੍ਰਿਸ਼ ਨੂੰ ਦੇਖ ਰਹੇ ਹੋ ਤਾਂ ਇਹ ਲਾਈਨਾਂ ਬਾਉਂਡ ਕੀਤੀਆਂ ਗਈਆਂ ਹਨ। ਇਸ ਤਰ੍ਹਾਂ ਇਹ ਲਾਈਨਾਂ ਦੁਆਰਾ ਬੰਨ੍ਹੀਆਂ ਜਾਣੀਆਂ ਚਾਹੀਦੀਆਂ ਹਨ। ਸਿਖਰ ਦੇ ਦ੍ਰਿਸ਼ ਤੇ ਅਸੀਂ ਇਸ ਛੋਟੇ ਆਇਤਕਾਰ ਨੂੰ ਦੇਖ ਕੇ ਸਭ ਤੋਂ ਅੱਗੇ ਹੋਵਾਂਗੇ, ਤਾਂ ਜੋ ਛੋਟਾ ਆਇਤਕਾਰ ਹਮੇਸ਼ਾ ਉੱਥੇ ਹੋਵੇ। ਇਹ ਸਭ ਕੁਝ ਪੇਸ਼ ਕੀਤਾ। ਦੁਬਾਰਾ ਇਹ ਉੱਥੇ ਸਾਰੇ ਤਰੀਕੇ ਨਾਲ ਚਲਾ ਜਾਂਦਾ ਹੈ। ਇਸ ਲਈ ਉੱਪਰਲੇ ਦ੍ਰਿਸ਼ ਤੋਂ 50 ਮਾਪ ਅਸੀਂ ਇੱਕ ਆਇਤਕਾਰ ਵੇਖਾਂਗੇ। ਇਸ ਲਈ ਜੇਕਰ ਅਸੀਂ ਇਹ ਦੇਖ ਰਹੇ ਹਾਂ ਕਿਉਂਕਿ ਇਸ ਦੂਰੀ ਦੀ ਇਹ ਦੂਰੀ 50 ਹੈ, ਇਸ ਲਈ 50 ਤੱਕ ਅਸੀਂ ਇਸ ਕਿਸਮ ਦੀ ਚੀਜ਼ ਦੇਖਾਂਗੇ। ਅਤੇ ਅਸੀਂ ਇਹਨਾਂ ਚੱਕਰਾਂ ਨੂੰ ਸਮਝਣ ਲਈ ਇੱਕ ਹਿੱਸੇ ਵਿੱਚ ਹੋਵਾਂਗੇ ਜੋ 15 ਦੂਰੀ ਤੇ ਹਨ। ਇਸ ਲਈ ਇੱਥੇ ਇੱਕ ਚੱਕਰ ਹੈ, ਇੱਕ ਹੋਰ ਚੱਕਰ ਹੈ, ਅਤੇ ਕੇਂਦਰ 15 ਹੋਣਾ ਚਾਹੀਦਾ ਹੈ, ਅਤੇ ਇਸ ਕਿਨਾਰੇ ਦਾ ਕੇਂਦਰ 15 ਹੈ। ਇਸ ਲਈ ਇੱਥੇ ਦੁਬਾਰਾ ਅਸੀਂ 15 ਐਕਸਟੈਂਸ਼ਨ ਲਾਈਨਾਂ ਪਲਸ ਦੇਖਦੇ ਹਾਂ, ਅਤੇ ਇੱਥੇ ਇੱਕ ਚੱਕਰ ਹੈ ਜਿਸ ਨੂੰ ਅਸੀਂ ਸਮਝਣ ਦੀ ਸਥਿਤੀ ਵਿੱਚ ਨਹੀਂ ਹੋ ਸਕਦੇ ਹਾਂ, ਪਰ ਇਸ ਦਾ ਇੱਥੇ ਇੱਕ ਅਨੁਮਾਨ ਹੋਵੇਗਾ। ਇਸ ਲਈ ਇਹ ਉੱਥੇ ਸਾਰੇ ਤਰੀਕੇ ਨਾਲ ਚਲਾ ਜਾਂਦਾ ਹੈ। ਇਹ ਉਹ ਤਰੀਕਾ ਹੈ ਜਿਸ ਨਾਲ ਅਸੀਂ ਇਸ ਨੂੰ ਸਿਖਰ ਦੇ ਦ੍ਰਿਸ਼ ਨੂੰ ਦੇਖਾਂਗੇ। ਹੁਣ ਜੇਕਰ ਅਸੀਂ ਇਸ ਦਿਸ਼ਾ ਤੋਂ ਇੱਕ ਦ੍ਰਿਸ਼ ਦੇਖ ਰਹੇ ਹਾਂ, ਤਾਂ ਜੋ ਸਾਨੂੰ ਦੇਖਣਾ ਚਾਹੀਦਾ ਹੈ ਉਹ ਇਹ ਐਲ ਹਿੱਸਾ ਹੈ। ਸਾਨੂੰ ਦੇਖਣਾ ਚਾਹੀਦਾ ਹੈ। ਇਸ ਲਈ ਇਹ ਇਹਨਾਂ ਲਾਈਨਾਂ ਦੇ ਵਿਚਕਾਰ ਚਲੀ ਜਾਂਦੀ ਹੈ। ਜੋ ਵੀ ਇੱਥੇ ਮੋਟਾਈ ਹੈ, ਉਹ ਮੋਟਾਈ ਅਸੀਂ ਇਸ ਤਰ੍ਹਾਂ ਦੇ ਕੁਝ ਦੇਖਾਂਗੇ। ਸਾਰੇ ਤਰੀਕੇ ਨਾਲ ਜਾਂਦੇ ਹਨ। ਉਸੇ ਸਮੇਂ ਹੇਠਾਂ ਵੀ ਅਸੀਂ ਦੇਖਾਂਗੇ ਕਿ ਉਹ ਲੰਬਾਈ ਜੋ ਵੀ ਹੋਵੇ, ਅਸੀਂ ਦੇਖਾਂਗੇ ਕਿ ਇਹ ਸੰਪੂਰਨ ਕਿਨਾਰੇ ਹਨ ਅਤੇ ਇੱਕ ਚਾਪ ਹੈ। ਇਹ ਉਹ ਵਕਰ ਹੈ ਜੋ ਸਾਨੂੰ ਕਰਨਾ ਹੈ, ਜੋ ਕਿ 10 ਘੇਰੇ ਦਿੱਤੇ ਗਏ ਹਨ। ਇਸ ਲਈ ਉਸ ਵਕਰ ਨੂੰ ਇਸ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਇਸ ਲਈ ਇੱਕ ਵਾਰ ਜਦੋਂ ਅਸੀਂ ਇਸ ਬਿੰਦੂ ਵਕਰ 10 ਵਕਰ ਕੇਂਦਰ ਤੋਂ ਉਸ ਘੇਰੇ ਨੂੰ ਫਿਕਸ ਕਰਦੇ ਹਾਂ ਜਿਸ ਨੂੰ ਅਸੀਂ ਜਾਣਦੇ ਹਾਂ, ਫਿਰ ਉਸੇ ਕੇਂਦਰ ਦੀ ਵਰਤੋਂ ਕਰਕੇ ਘੇਰੇ ਨਾਲ ਜੁੜੋ। ਇਸ ਬਿੰਦੂ ਦਾ ਪਤਾ ਲਗਾਓ, ਇੱਕ ਹੋਰ ਵਕਰ ਖਿੱਚੋ। ਇਹ ਉਹ ਤਰੀਕਾ ਹੈ ਜਿਸ ਨਾਲ ਅਸੀਂ ਸਾਈਡ ਦਾ ਦ੍ਰਿਸ਼ ਬਣਾ ਸਕਦੇ ਹਾਂ। ਆਓ ਇਸ ਥੋੜੀ ਜਿਹੀ ਗੁੰਝਲਦਾਰ ਵਸਤੂ ਨੂੰ ਵੇਖੀਏ। ਇਹ 3 ਆਯਾਮੀ ਚੀਜ਼ ਅਸੀਂ ਇਸ ਨੂੰ ਕੀ ਬਣਾਉਣਾ ਚਾਹਾਂਗੇ ਜੇਕਰ ਆਯਾਮ ਦਿੱਤੇ ਜਾਣ। ਇਸ ਲਈ ਅਸੀਂ ਇਸ ਨੂੰ ਦੇਖ ਰਹੇ ਹਾਂ। ਜੇ ਇਹ ਪਹਿਲਾ ਕੋਣ ਪ੍ਰੋਜੈਕਸ਼ਨ ਹੈ, ਤਾਂ ਜਿਹੜੀਆਂ ਚੀਜ਼ਾਂ ਅਸੀਂ ਦੇਖਾਂਗੇ ਉਹ ਕੁਝ ਅਜਿਹਾ ਹੈ ਕਿ ਸਾਹਮਣੇ ਦ੍ਰਿਸ਼ ਹੋਣਾ ਚਾਹੀਦਾ ਹੈ। ਕੁਝ ਹੋਣਾ ਚਾਹੀਦਾ ਹੈ। ਸਿਖਰ ਦਾ ਦ੍ਰਿਸ਼, ਕੋਈ ਚੀਜ਼ ਜਿਸ ਨੂੰ ਪਾਸੇ ਦਾ ਦ੍ਰਿਸ਼ ਹੋਣਾ ਚਾਹੀਦਾ ਹੈ। ਇੱਥੇ ਤੁਸੀਂ ਕਹਿੰਦੇ ਹੋ ਕਿ ਪਹਿਲੇ ਨੂੰ ਦੇਖ ਕੇ, ਪਹਿਲੇ ਕੋਣ ਪ੍ਰੋਜੈਕਸ਼ਨ ਲਈ ਸਾਹਮਣੇ ਦਾ ਦ੍ਰਿਸ਼, ਸਿਖਰ ਦਾ ਦ੍ਰਿਸ਼, ਫਰੰਟ ਦਾ ਦ੍ਰਿਸ਼ ਦੇ ਅੱਗੇ ਸਾਡੇ ਕੋਲ ਇੱਕ ਸਾਈਡ ਦਾ ਦ੍ਰਿਸ਼ ਹੋਵੇਗਾ, ਜਿੱਥੇ ਸਾਡੇ ਕੋਲ ਇਹ ਸਾਈਡ ਦਾ ਦ੍ਰਿਸ਼ ਹੈ। ਸਾਈਡ ਦਾ ਦ੍ਰਿਸ਼ ਇਸ ਪਾਸੇ ਹੈ, ਅਤੇ ਜੋ ਅਸੀਂ ਜਾਣਦੇ ਹਾਂ ਕਿ ਸਾਹਮਣੇ ਦੇ ਦ੍ਰਿਸ਼ ਦੇ ਅੱਗੇ ਹੈ, ਸਾਡੇ ਕੋਲ ਇਹ ਹੋਵੇਗਾ ਪਾਸੇ ਦਾ ਦ੍ਰਿਸ਼। ਜੇਕਰ ਅਜਿਹਾ ਹੈ ਤਾਂ ਇਹ ਡਰਾਇੰਗ ਨਹੀਂ ਹੋ ਸਕਦੀ ਜੋ ਵੀ ਸਾਡੇ ਕੋਲ ਡਰਾਇੰਗ ਹੈ, ਜੋ ਕਿ ਪਹਿਲਾ ਕੁਆਡਰੈਂਟ ਪ੍ਰੋਜੈਕਸ਼ਨ ਨਹੀਂ ਹੋ ਸਕਦੀ। ਇਹ ਤੀਸਰਾ ਕੁਆਡਰੈਂਟ ਪ੍ਰੋਜੈਕਸ਼ਨ ਹੋਣਾ ਚਾਹੀਦਾ ਹੈ। ਆਓ ਇਸ ਨੂੰ ਹੋਰ ਧਿਆਨ ਨਾਲ ਵੇਖੀਏ। ਆਓ ਅਸੀਂ ਵਸਤੂ ਦੇ ਸਾਹਮਣੇ ਵਾਲੇ ਦ੍ਰਿਸ਼ ਨੂੰ ਇਹ ਸਮਝਾਏ ਤਾਂ ਜੋ ਅਸੀਂ ਇਹਨਾਂ ਸਿਰਿਆਂ ਨੂੰ ਇੱਕ ਆਇਤਾਕਾਰ ਬਲਾਕ ਵਾਂਗ ਵੇਖਾਂਗੇ। ਇਹ ਉਹ ਚੀਜ਼ ਹੈ ਜੋ ਅਸੀਂ ਦੇਖਣ ਦੀ ਸਥਿਤੀ ਵਿੱਚ ਹੋਵਾਂਗੇ, ਜੋ ਇੱਕ ਚੱਕਰ ਦੇ ਰੂਪ ਵਿੱਚ ਆਉਂਦਾ ਹੈ ਪਰ ਇੱਥੇ ਇੱਕ ਆਇਤਕਾਰ ਹੈ। ਇਸ ਲਈ ਇਹ ਸਾਹਮਣੇ ਵਾਲਾ ਦ੍ਰਿਸ਼ ਹੋਣਾ ਚਾਹੀਦਾ ਹੈ। ਸਾਡੇ ਕੋਲ ਇਸ ਕਿਸਮ ਦੀ ਕਟੌਤੀ ਹੈ, ਜੋ ਕਿ ਪ੍ਰੋਜੈਕਸ਼ਨ ਹੋਵੇਗੀ। ਕਿਸੇ ਵੀ ਡਰਾਇੰਗ ਲਈ ਯਾਦ ਰੱਖੋ, ਜਦੋਂ ਵੀ ਇਸ ਕਿਸਮ ਦੀਆਂ
ਝੁਕਾਅ ਲਾਈਨਾਂ ਹੁੰਦੀਆਂ ਹਨ, ਇਸ ਦਾ ਮਤਲਬ ਹੈ ਇਹ ਇੱਕ ਕੱਟ ਸੈਕਸ਼ਨਲ ਦ੍ਰਿਸ਼ ਹੈ। ਆਮ ਤੌਰ ਤੇ ਅਸੀਂ ਮੱਧ ਵਿੱਚ ਕੱਟਦੇ ਹਾਂ। ਪਹਿਲੇ ਹਿੱਸੇ ਨੂੰ, ਬਾਕੀ ਬਚੇ ਹਿੱਸੇ ਨੂੰ ਹਟਾਉਂਦੇ ਹਾਂ, ਅਸੀਂ ਇਸ ਨੂੰ ਕੱਟੇ ਹੋਏ ਭਾਗ ਵਾਂਗ ਦਿਖਾਵਾਂਗੇ। ਇਹ ਕੱਟ ਸੈਕਸ਼ਨ ਮੱਧ ਤੇ ਹੋ ਸਕਦਾ ਹੈ, ਇਹ ਕਿਨਾਰਿਆਂ ਤੇ ਹੋ ਸਕਦਾ ਹੈ, ਆਮ ਤੌਰ ਤੇ ਅਸੀਂ ਅੱਗੇ ਵਧਦੇ ਹਾਂ। ਪਰ ਸਟੈਂਡਰਡ ਕਨਵੈਨਸ਼ਨ ਵਿੱਚ ਮੱਧ ਤੇ ਕੱਟ ਸੈਕਸ਼ਨ ਹੁੰਦਾ ਹੈ। ਅਗਲੇ ਹਿੱਸੇ ਨੂੰ ਹਟਾਓ, ਬਚੇ ਹੋਏ ਪਿਛਲੇ ਹਿੱਸੇ ਨੂੰ ਹਟਾਓ। ਅਨੁਮਾਨ ਲਗਾਓ ਅਤੇ ਇਸ ਨੂੰ ਕਲਪਨਾ ਕਰੋ, ਕਿਉਂਕਿ ਇੱਕ ਤੀਜਾ ਕੁਆਡਰੈਂਟ ਪ੍ਰੋਜੈਕਸ਼ਨ ਹੈ। ਇਸ ਤੋਂ ਬਾਅਦ ਜੋ ਵੀ ਇਸ ਕੇਂਦਰ ਨੇ ਉਸ ਤੇ ਅਨੁਮਾਨ ਲਗਾਇਆ ਹੈ ਉਸ ਨੂੰ ਕੱਟ ਦਿੱਤਾ। ਇਸ ਲਈ ਸਾਡੇ ਕੋਲ ਮਟੀਰੀਅਲ ਐਲੀਮੈਂਟ ਹੋਵੇਗਾ ਜਿਸ ਨੂੰ ਅਸੀਂ ਹੈਸ਼ ਕਹਿੰਦੇ ਹਾਂ। ਇਸ ਡਰਾਇੰਗ ਵਿੱਚ ਹੈਸ਼ ਕਰਨਾ ਦਰਸਾਉਂਦਾ ਹੈ ਕਿ ਇਹ ਕੱਟ ਸੈਕਸ਼ਨ ਹਨ। ਸਾਡੇ ਕੋਲ ਇਹ ਕੱਟੇ ਹੋਏ ਭਾਗ ਕਿਉਂ ਹਨ, ਇਹ ਕਲਪਨਾ ਕਰਨਾ ਹੈ। ਗੁੰਝਲਦਾਰ ਅੰਦਰੂਨੀ ਹਿੱਸੇ। ਉਦਾਹਰਨ ਲਈ, ਜੇਕਰ ਇਹ ਤੁਰੰਤ ਇਸ ਦੀ ਕਲਪਨਾ ਕਰ ਰਿਹਾ ਹੈ ਕਿ ਸਾਡੇ ਕੋਲ ਕੀ ਹੋਵੇਗਾ, ਇਹ ਸਿਰਫ ਇਹ ਹਿੱਸਾ ਹੈ। ਇਹ ਨਹੀਂ ਪਤਾ ਹੋਵੇਗਾ ਕਿ ਸਮੱਗਰੀ ਦੇ ਅੰਦਰੋਂ ਬਾਹਰ ਕੱਢਣ ਵਰਗੀ ਕੋਈ ਚੀਜ਼ ਹੈ ਜਾਂ ਨਹੀਂ। ਇਸ ਕਿਸਮ ਦੀ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਆਮ ਤੌਰ ਤੇ ਲੋਕਾਂ ਕੋਲ ਉਹ ਕੱਟ ਹੁੰਦਾ ਹੈ ਜੋ ਇਹ ਦਰਸਾਉਂਦਾ ਹੈ ਕਿ ਇਸ ਕਿਸਮ ਦੀ ਕਟੌਤੀ ਵਰਗੀ ਕੋਈ ਚੀਜ਼ ਹੈ ਜੋ ਅਸੀਂ ਕਰਨ ਜਾ ਰਹੇ ਹਾਂ। ਇਸ ਲਈ ਆਓ ਇਸ ਨੂੰ ਧਿਆਨ ਨਾਲ ਵੇਖੀਏ। ਜੇਕਰ ਸਾਡੇ ਸਾਹਮਣੇ ਦ੍ਰਿਸ਼ਟੀਕੋਣ ਹੈ, ਤਾਂ ਇਹ ਸਮੇਂ ਦਾ ਹਿੱਸਾ ਇਸ ਤਰੀਕੇ ਨਾਲ ਬਾਹਰ ਆਉਂਦਾ ਹੈ। ਇੱਥੇ ਇੱਕ ਮੋਰੀ ਹੈ ਜੋ ਹੇਠਾਂ ਵੱਲ ਜਾਂਦਾ ਹੈ, ਇਸ ਲਈ ਸਾਡੇ ਕੋਲ ਇਹ ਵਾਧੂ ਹਿੱਸੇ ਹਨ। ਇਹ ਸਰਕੂਲਰ ਹਿੱਸੇ। ਸਾਡੇ ਕੋਲ ਇੱਕ ਮੋਰੀ ਵਾਂਗ ਕੀ ਹੈ। ਇਸੇ ਤਰ੍ਹਾਂ ਇਸ ਹਿੱਸੇ ਦਾ ਵਕਰ ਉਸ ਦਿਸ਼ਾ ਵਿੱਚ ਆਉਂਦਾ ਹੈ। ਇਸ ਲਈ ਉਹ ਹਿੱਸਾ ਵਕਰ ਆਉਂਦਾ ਹੈ ਅਤੇ ਸਾਰੇ ਤਰੀਕੇ ਨਾਲ ਉੱਪਰ ਜਾਂਦਾ ਹੈ। ਇਸ ਲਈ ਸਾਡੇ ਕੋਲ ਉਹ ਹਿੱਸਾ ਹੈ ਅਤੇ ਅਸੀਂ ਇਸ ਛੋਟੇ ਜਿਹੇ ਹਿੱਸੇ ਨੂੰ ਅਸੀਂ ਉੱਪਰਲੇ ਹਿੱਸੇ ਨੂੰ ਹਟਾ ਦਿੰਦੇ ਹਾਂ। ਇਸ ਲਈ ਸਾਡੇ ਕੋਲ ਇਹ ਸਮੱਗਰੀ ਹੋਵੇਗੀ। ਆਉਂਦਾ ਹੈ ਅਤੇ ਅਰਧ ਚੱਕਰ ਉਸ ਦਿਸ਼ਾ ਵਿੱਚ ਆਉਂਦਾ ਹੈ। ਸਾਹਮਣੇ ਵਾਲਾ ਦ੍ਰਿਸ਼ ਇਸ ਸਾਹਮਣੇ ਵਾਲੇ ਜਹਾਜ਼ ਤੇ ਪੇਸ਼ ਕੀਤਾ ਗਿਆ ਹੈ, ਇਸ ਲਈ ਇਹ ਸਾਹਮਣੇ ਵਾਲਾ ਦ੍ਰਿਸ਼ ਹੈ। ਸਿਖਰ ਦਾ ਦ੍ਰਿਸ਼। ਸਿਖਰ ਤੋਂ ਸਾਨੂੰ ਇੱਕ ਸਮਤਲ ਵੱਲ ਦੇਖਣਾ ਪੈਂਦਾ ਹੈ, ਜੋ ਕਿ ਸ਼ੀਸ਼ੇ ਵਾਂਗ ਕੰਮ ਕਰਦਾ ਹੈ। ਇਸ ਲਈ ਜੋ ਵੀ ਪੇਸ਼ ਕੀਤਾ ਜਾਂਦਾ ਹੈ ਕਿ ਜੇਕਰ ਅਸੀਂ ਇਸ ਨੂੰ ਖੋਲ੍ਹਦੇ ਹਾਂ, ਤਾਂ ਉਹ ਉੱਥੇ ਆ ਜਾਂਦਾ ਹੈ। ਇਸ ਲਈ ਇਹ ਇੱਕ ਸਿਖਰ ਦਾ ਦ੍ਰਿਸ਼ ਹੈ। ਇਸ ਲਈ ਆਓ ਇਸ ਨੂੰ ਧਿਆਨ ਨਾਲ ਵੇਖੀਏ। ਆਮ ਤੌਰ ਤੇ ਸਿਰਫ ਸਾਹਮਣੇ ਦੇ ਦ੍ਰਿਸ਼ ਲਈ ਸਾਡੇ ਕੋਲ ਇਸ ਕਿਸਮ ਦਾ ਕੱਟ ਭਾਗ ਹੋਵੇਗਾ। ਸਿਖਰ ਦੇ ਦ੍ਰਿਸ਼, ਸਾਨੂੰ ਇਸ ਨੂੰ ਦੇਖਣ ਲਈ ਕੋਈ ਕੱਟ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਸਾਰਾ ਅੰਦਰੂਨੀ ਹਿੱਸਾ ਦਿਖਾਈ ਦਿੰਦਾ ਹੈ। ਉਸ ਉਦੇਸ਼ ਲਈ ਸਾਡੇ ਕੋਲ ਇਹ ਸੰਪੂਰਨ ਹੈ। ਇਹ ਸੰਪੂਰਨ ਵੀ ਅਸੀਂ ਕਲਪਨਾ ਕਰ ਸਕਦੇ ਹਾਂ। ਅਤੇ ਅੰਦਰੂਨੀ ਤੌਰ ਤੇ ਇੱਥੇ ਇੱਕ ਮੁੱਖ ਕਿਸਮ ਦੀ ਚੀਜ਼ ਹੋ ਸਕਦੀ ਹੈ। ਸਾਡੇ ਕੋਲ ਇਸ ਕਿਸਮ ਦਾ ਪ੍ਰੋਜੈਕਸ਼ਨ ਹੋਣ ਦਾ ਕਾਰਨ ਹੈ। ਜੇ ਸਾਡੇ ਕੋਲ ਸਿਰਫ ਇਹ ਹੈ, ਅਸੀਂ ਇਸ ਨੂੰ ਖਿੱਚਣ ਲਈ ਇੱਕ ਹਿੱਸੇ ਵਿੱਚ ਹੋਵਾਂਗੇ। ਇਸ ਵਸਤੂ ਲਈ ਇਸ ਦਾ ਕਾਰਨ ਹੈ ਕਿ ਸਾਡੇ ਕੋਲ ਉਹ ਕੁੰਜੀ ਹੈ। ਜੇਕਰ ਕੁਝ ਵੀ ਨਹੀਂ ਹੈ ਤਾਂ ਇਹ ਸਿੱਧੇ ਤੌਰ ਤੇ ਉਸ ਤਰੀਕੇ ਨਾਲ ਜੁੜ ਜਾਵੇਗਾ। ਅਤੇ ਅਸੀਂ ਦੇਖ ਸਕਦੇ ਹਾਂ ਕਿ ਆਇਤਾਕਾਰ ਬਲਾਕ ਹਨ। ਇਸ ਲਈ ਉਹ ਆਇਤਾਕਾਰ ਬਲਾਕ ਹਨ। ਅਤੇ ਇਹ ਹਿੱਸਾ ਇੱਕ ਕਿਨਾਰੀ ਵਾਂਗ ਹੈ। ਅਸੀਂ ਇਸ ਪੂਰੇ ਹਿੱਸੇ ਤੇ ਦੋ ਲਾਈਨਾਂ ਵਰਗਾ ਕੁਝ ਦੇਖਾਂਗੇ। ਅਸੀਂ ਇਸ ਨੂੰ ਉਸ ਬਿੰਦੂ ਨਾਲ ਜੁੜੇ ਹੋਏ ਦੇਖਦੇ ਹਾਂ। ਇਹ ਤੀਜੇ ਚਤੁਰਭੁਜ ਪ੍ਰੋਜੈਕਸ਼ਨ ਵਿੱਚ ਸਿਖਰ ਦਾ ਦ੍ਰਿਸ਼ ਹੈ। ਇਸੇ ਤਰ੍ਹਾਂ ਜੇਕਰ ਅਸੀਂ ਸਾਈਡ ਦਾ ਦ੍ਰਿਸ਼ ਦੇਖ ਰਹੇ ਹਾਂ, ਤਾਂ ਤੀਜੇ ਚਤੁਰਭੁਜ ਪ੍ਰੋਜੈਕਸ਼ਨ ਵਿੱਚ ਸੱਜੇ ਪਾਸੇ ਦਾ ਸਾਈਡ ਦਾ ਦ੍ਰਿਸ਼ ਹੈ। ਅਸਲ ਵਿੱਚ ਇੱਕ ਸੱਜੇ ਪਾਸੇ ਦਾ ਦ੍ਰਿਸ਼, ਇਸ ਦਾ ਮਤਲਬ ਹੈ ਕਿ ਜੇਕਰ ਤੁਸੀਂ ਉਸ ਵਸਤੂ ਦੇ ਸੱਜੇ ਪਾਸੇ ਤੋਂ ਦੇਖ ਰਹੇ ਹੋ ਜੋ ਵੀ ਉਸ ਸ਼ੀਸ਼ੇ ਵਿੱਚ ਪੇਸ਼ ਕੀਤਾ ਗਿਆ ਹੈ, ਉੱਥੇ ਉਹ ਚੀਜ਼ ਹੈ ਜੋ ਅਸੀਂ ਇਸ ਨੂੰ ਲੈਣਾ ਚਾਹੁੰਦੇ ਹਾਂ। ਇਸ ਲਈ ਇਹ ਸਾਹਮਣੇ ਦਾ ਦ੍ਰਿਸ਼ ਹੈ। ਅਸੀਂ ਤੁਹਾਡੇ ਹੱਥ ਦੇ ਸੱਜੇ ਪਾਸੇ ਵੱਲ ਦੇਖ ਰਹੇ ਹਾਂ ਜੋ ਉਸ ਸ਼ੀਸ਼ੇ ਦੇ ਹੇਠਾਂ ਨਕਸ਼ਾ ਕਰਦਾ ਹੈ। ਜੇ ਮੇਰੇ ਕੋਲ ਇਹ ਸ਼ੀਸ਼ਾ ਇੱਥੇ ਹੈ, ਕਿਤੇ ਇਸ ਤਰ੍ਹਾਂ ਦਾ ਸ਼ੀਸ਼ਾ, ਇਹ ਇੱਕ ਨਕਸ਼ਾ ਉੱਥੇ, ਇਹ ਇੱਕ ਨਕਸ਼ਾ ਉੱਥੇ, ਇਹ ਇੱਕ ਨਕਸ਼ਾ ਉੱਥੇ, ਇਹ ਬਿੰਦੂ ਨਕਸ਼ਾ ਉੱਥੇ, ਇਸ ਤਰ੍ਹਾਂ ਇਸ ਸਮਤਲ ਤੇ ਅਸੀਂ ਇਸ ਤਰੀਕੇ ਨਾਲ ਗਰੋਵ ਦੇਖਾਂਗੇ। ਇਹ ਉਹ ਹੈ ਜੋ ਅਸੀਂ ਇੱਥੇ ਖਿੱਚ ਰਹੇ ਹਾਂ। ਅਸੀਂ ਦਿੱਤੇ ਗਏ 3D ਵਸਤੂਆਂ ਦੇ ਆਈਸੋਮੈਟ੍ਰਿਕ ਦ੍ਰਿਸ਼ਾਂ ਲਈ ਅਨੁਮਾਨਾਂ ਦਾ ਅੰਦਾਜ਼ਾ ਲਗਾਉਣ ਦਾ ਇਹ ਤਰੀਕਾ ਹੈ।
ਅਤੇ ਅਗਲੀ ਕਲਾਸ ਤੋਂ ਬਾਅਦ ਅਸੀਂ ਆਰਥੋਗ੍ਰਾਫਿਕ ਅਨੁਮਾਨਾਂ ਜਿਵੇਂ ਕਿ ਲਾਈਨਾਂ ਦੇ ਜਹਾਜ਼ਾਂ ਅਤੇ ਹੋਰ ਚੀਜ਼ਾਂ ਬਾਰੇ ਹੋਰ ਵੇਰਵੇ ਦੇਖਾਂਗੇ। ਭਾਗ ਇੱਕ ਵੱਖਰਾ ਮੋਡਿਊਲ ਹੋਵੇਗਾ। ਧੰਨਵਾਦ।